ਜਦੋਂ ਜਦੋਂ ਗਲਤ ਕਰੂ ਕੋਈ ਵੀ ਪਾਰਟੀ, ਚਾਹੇ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਸਰਕਾਰ, ਚਾਹੇ ਆਮ ਆਦਮੀ ਪਾਰਟੀ ਦੀ ਸਟੇਟ ਸਰਕਾਰ, ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਵੀਲ ਐਕਟ ਐਜ਼ ਦ ਮਾਊਥ ਪੀਸ ਆਫ ਪੀਪਲ। ਤੇ ਆਮ ਆਦਮੀ ਪਾਰਟੀ ਜਿਹੜੀ ਜਵਾਬਦੇਹੀ ਤੋਂ ਭੱਜਦੀ ਹੈ, ਹਰ ਦਫਾ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਤੇ ਭਾਰਤੀ ਜਨਤਾ ਪਾਰਟੀ ਜਿਹੜੀ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਜਦੋਂ ਲੋਕਾਂ ਦੇ ਨਾਲ ਧੱਕਾ ਕਰਨਗੇ, ਉਦੋਂ ਉਦੋਂ ਮੈਂ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰੂੰਗਾ। ਕਿ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਜਾਖੜ ਨੂੰ ਪੰਜਾਬ ਜਿਹੜਾ ਭਾਜਪਾ ਦਾ ਪ੍ਰਧਾਨ ਬਣਾਇਆ, ਕਿ ਜਦੋਂ ਜਾਖੜ ਸਾਹਿਬ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ, ਉਹਨਾਂ ਨੇ ਇੱਕ ਸਰਟੀਫਿਕੇਟ ਆਪਦੇ ਆਪ ਨੂੰ ਦੇਤਾ ਕਿ ਸਾਡੇ ਕੋਲੇ ਕੋਈ ਵੀ ਹੋਰ ਕੰਪੀਟੈਂਟ ਲੀਡਰ, ਪੁਰਾਣਾ ਕੋਈ ਬੀਜੇਪੀ ਦਾ ਲੀਡਰ ਹੈ ਹੀ ਨਹੀਂ। ਸੋ ਇਹਨਾਂ ਨੂੰ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਨਾਮ ਵੀ ਆਪਦਾ ਫਾਰਮਰ ਕਾਂਗਰਸੀ ਰੱਖ ਲੈਣਾ ਚਾਹੀਦਾ ਹੈ। ਵੱਡਾ ਸਵਾਲ ਹੈ ਖੜਿਆਲ ਸਾਹਿਬ, ਤੁਸੀਂ ਕਹਿ ਰਹੇ ਲੱਗਦਾ ਕਿ 70-75 ਸਾਲ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ, ਭਾਜਪਾ ਪੰਜਾਬ ਦੇ ਅੰਦਰ ਆਪਣਾ ਨਾਂ ਹੀ ਨਹੀਂ ਬਣਾ ਸਕੀ। ਤੇ ਇਹ ਦੋਵੇਂ ਹੀ ਨਾ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇੱਕੋ ਵਰਗੇ ਹੈ। ਸ਼੍ਰੋਮਣੀ ਅਕਾਲੀ ਦਲ ਕਹਿ ਦਿੰਦੀ ਅਸੀਂ ਕੈਲੀਫੋਰਨੀਆ ਬਣਾਵਾਂਗੇ, ਬੀਜੇਪੀ ਕਹਿ ਦਿੰਦੀ ਹੈ 15 ਲੱਖ ਰੁਪਏ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਕਹਿ ਦਿੰਦਾ ਅਸੀਂ ਪਾਣੀ 'ਚ ਬੱਸਾਂ ਚਲਾਵਾਂਗੇ, ਤੇ ਭਾਰਤੀ ਜਨਤਾ ਪਾਰਟੀ ਕਹਿ ਦਿੰਦੀ ਹੈ ਅਸੀਂ ਡਬਲ ਕਰਾਂਗੇ ਫਾਰਮਰਸ ਇਨਕਮ। ਸੋ ਇਹ ਦੋਵੇਂ ਪਾਰਟੀਆਂ ਜਿਹੜੀਆਂ ਬੇਸਿਕਲੀ ਇੱਕ ਸਿੱਕੇ ਦੇ ਦੋ ਪਹਿਲੂ ਹੈ, ਵਿਦ ਅ ਲੋਟ ਆਫ ਸਿਮਿਲੈਰਿਟੀਜ਼। ਇਹ ਦੋਵੇਂ ਨਹੀਂ ਪੰਜਾਬ ਦੇ ਵਿੱਚ ਆਉਣਗੀਆਂ। ਕੀ ਲੱਗਦਾ ਜਦੋਂ ਪਾਰਲੀਮੈਂਟ ਇਲੈਕਸ਼ਨ ਆਏਗੀ, ਉਹਦੇ 'ਚ ਭਾਜਪਾ ਨਾਲ ਅਤੇ ਅਕਾਲੀ ਦਲ ਨਾਲ ਜਿਹੜਾ ਗੱਠਜੋੜ ਨਾਲ ਕੰਟੈਸਟ ਹੋਏਗਾ, ਉਹਦੇ 'ਚ ਕਾਂਗਰਸ ਦੀ ਕਿਹੋ ਜਿਹੀ ਸਥਿਤੀ ਰਹਿ ਸਕਦੀ ਹੈ? ਦੇਖੋ, ਸਥਿਤੀ ਰਹੂਗੀ ਜਿਹੜੀ ਕਰਨਾਟਕਾ 'ਚ ਰਹੀ, ਜਿਹੜੀ ਹਿਮਾਚਲ 'ਚ ਰਹੀ ਜੀ। ਮਤਲਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਟ੍ਰਿਮੈਂਡਸ ਤਰੀਕੇ ਨਾਲ ਬਾਹਰ ਦਾ ਰਸਤਾ ਦਿਖਾਇਆ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਬਿਆਨ ਦੇਣ ਤੋਂ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਿਆਨ ਦਿੱਤਾ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ, ਆਮ ਆਦਮੀ ਪਾਰਟੀ ਨੇ ਵੀ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਕਹਿਤਾ। ਇਹ ਤੋਂ ਕੀ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਫੁੱਲ ਫਲੈਜਡ ਸਟੇਟ ਵੀ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨਾਲੋਂ ਜ਼ਿਆਦਾ ਪਾਵਰਫੁਲ ਵੀ ਹੈ। ਜੇ ਉਹਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੀ ਨਹੀਂ ਇਹਨਾਂ ਨੇ ਸਟੈਂਡ ਸਪਸ਼ਟ ਕਰਨ ਤੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਤੇ, ਤਾਂ ਇਹ ਚੀਜ਼ ਕਲੀਅਰ ਕਰ ਦਿੰਦਾ ਹੈ ਕਿ ਸਰਕਾਰ ਪੰਜਾਬ ਦੀ ਦਿੱਲੀ ਤੋਂ ਚੱਲ ਰਹੀ ਹੈ, ਪੰਜਾਬ ਤੋਂ ਚੱਲ ਹੀ ਨਹੀਂ ਰਹੀ। ਮੈਨੂੰ ਤਾਂ ਐਂ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਤੁਹਾਨੂੰ ਪਹਿਲਾਂ ਤਾਂ ਆਪਦੀ ਹਾਈ ਕਮਾਂਡ ਨੂੰ ਹੀ ਸਵਾਲ ਪੁੱਛਣਾ ਚਾਹੀਦਾ ਹੈ ਵੀ ਜੇ ਦੇਸ਼ ਇੱਕ ਗੁਲਦਸਤਾ ਹੈ ਫੁੱਲਾਂ ਦਾ, ਤੇ ਤੁਸੀਂ ਫਿਰ ਕਿਉਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਹੇ ਹੋ? ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ। ਨਵੀਂ ਨਿਯੁਕਤੀ ਹੈ, ਯੁਵਾ ਚਿਹਰਾ, ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਨਾਲ ਭਖਦੇ ਮੁੱਦਿਆਂ ਤੇ ਇਹਨਾਂ ਨਾਲ ਕਰਾਂਗੇ ਆਪਾਂ ਸਵਾਲ ਜਵਾਬ। ਖਡਿਆਲ ਜੀ ਸਾਡੇ ਚੈਨਲ ਤੇ ਪੈਨਲ ਤੇ ਆਉਣ ਲਈ ਇਸ ਕਰਕੇ ਮੁਬਾਰਕਬਾਦ ਦੇ ਹੱਕਦਾਰ ਹੋ ਕਿ ਤੁਸੀਂ ਜਦੋਂ ਅਹੁਦਾ ਸੰਭਾਲਿਆ, ਪਹਿਲੀ ਜ਼ਿੰਮੇਵਾਰੀ ਤੋਂ ਬਾਅਦ ਤੁਸੀਂ ਸਾਡੇ ਨਾਲ ਖਾਸ ਮੁਲਾਕਾਤ 'ਚ ਆਮੋ ਸਾਹਮਣੇ ਹੋ ਰਹੇ ਹੋ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਬਹੁਤ ਅੱਛਾ ਲੱਗਿਆ। ਥੈਂਕ ਯੂ। ਖਡਿਆਲ ਜੀ, ਜਿੱਦਾਂ ਤੁਸੀਂ ਜ਼ਿੰਮੇਵਾਰੀ ਪਹਿਲਾਂ ਵੀ ਸੰਭਾਲਦੇ ਆ ਰਹੇ ਹੋ, ਹੁਣ ਮੁੱਖ ਬੁਲਾਰੇ ਦੇ ਤੌਰ ਤੇ ਵੱਡੀ ਜ਼ਿੰਮੇਵਾਰੀ ਜੀ। ਅੱਗੇ ਆਪਾਂ ਜਾਣਦੇ ਹਾਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਆ ਰਹੀਆਂ, ਪੰਜਾਬ ਜਿਸ ਤਰ੍ਹਾਂ ਦਾ ਰਾਜਸੀ ਤੌਰ ਤੇ ਘਮਸਾਨ ਕਿਸੇ ਨਾ ਕਿਸੇ ਮੁੱਦੇ ਤੇ ਪਿਆ ਹੀ ਰਹਿੰਦਾ ਹੈ। ਮੀਡੀਆ ਦੇ ਤੌਰ ਤੇ ਜ਼ਿੰਮੇਵਾਰੀ ਕਿਸ ਕਦਰ ਸੰਭਾਲੋਗੇ, ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ? ਬਿਲਕੁਲ ਸਿੱਧੂ ਸਾਹਿਬ, ਕਾਂਗਰਸ ਪਾਰਟੀ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਸਾਡਾ ਲੋਕਤੰਤਰ, ਸਾਡਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜੀ। ਤੇ ਜਿੰਨਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਸਾਡੀ ਪਾਰਟੀ ਦੇ ਵਿੱਚ ਅਲਾਉਡ ਹੈ, ਉਹਨਾਂ ਨਾ ਭਾਰਤੀ ਜਨਤਾ ਪਾਰਟੀ 'ਚ ਹੈ, ਨਾ ਆਮ ਆਦਮੀ ਪਾਰਟੀ 'ਚ ਹੈ, ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਵਿੱਚ ਹੈ। ਤੇ ਇਹ ਜਿਹੜਾ ਅਹੁਦਾ ਹੈ ਚੀਫ ਸਪੋਕਸ ਪਰਸਨ ਦਾ, ਇਹ ਬੇਸਿਕਲੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਤੇ ਮੈਂ ਮੇਕ ਸ਼ੋਰ ਕਰੂੰਗਾ ਸਿੱਧੂ ਸਾਹਿਬ, ਜਦੋਂ ਜਦੋਂ ਗਲਤ ਕਰੂ ਕੋਈ ਵੀ ਪਾਰਟੀ, ਚਾਹੇ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਸਰਕਾਰ, ਚਾਹੇ ਆਮ ਆਦਮੀ ਪਾਰਟੀ ਦੀ ਸਟੇਟ ਸਰਕਾਰ, ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ। ਵੀਲ ਐਕਟ ਐਜ਼ ਦ ਮਾਊਥ ਪੀਸ ਆਫ ਪੀਪਲ। ਤੇ ਆਮ ਆਦਮੀ ਪਾਰਟੀ ਜਿਹੜੀ ਜਵਾਬਦੇਹੀ ਤੋਂ ਭੱਜਦੀ ਹੈ, ਹਰ ਦਫਾ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਤੇ ਭਾਰਤੀ ਜਨਤਾ ਪਾਰਟੀ ਜਿਹੜੀ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਜਦੋਂ ਲੋਕਾਂ ਦੇ ਨਾਲ ਧੱਕਾ ਕਰਨਗੇ, ਉਦੋਂ ਉਦੋਂ ਮੈਂ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰੂੰਗਾ।
ਖਿਆਲ ਜੀ ਤੁਸੀਂ ਡੰਡਾ ਤੰਤਰ ਦੀ ਗੱਲ ਕੀਤੀ, ਆਪਾਂ ਪਹਿਲਾਂ ਉਸੇ ਇਸ਼ੂ ਦੇ ਉੱਤੇ ਗੱਲ ਕਰ ਲੈਂਦੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਜਾਖੜ ਨੂੰ ਪੰਜਾਬ ਜਿਹੜਾ ਭਾਜਪਾ ਦਾ ਪ੍ਰਧਾਨ ਬਣਾਇਆ। ਕੋਈ ਲੱਗਦਾ ਕਿ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ ਇੱਕ ਸਮੇਂ ਕਾਂਗਰਸ ਦਾ ਮੈਨੂੰ ਤਾਂ ਲੱਗਦਾ ਹੁਣ ਵੀ ਜੋ ਪਿੰਡਾਂ 'ਚ ਜਾਂ ਸ਼ਹਿਰਾਂ ਜਾਣਗੇ ਸ਼ਾਇਦ ਲੋਕਾਂ ਨੂੰ ਭੁਲੇਖਾ ਪਏਗਾ ਕਿ ਕਾਂਗਰਸ ਵੱਲੋਂ ਆ ਰਹੇ ਜਾਂ ਭਾਜਪਾ ਵੱਲੋਂ ਆ ਰਹੇ। ਸਿੱਧੂ ਸਾਹਿਬ, ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਮੁਬਾਰਕਬਾਦ ਇਸ ਗੱਲ ਦੀ ਕਿ ਜਦੋਂ ਜਾਖੜ ਸਾਹਿਬ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ, ਉਹਨਾਂ ਨੇ ਇੱਕ ਸਰਟੀਫਿਕੇਟ ਆਪਦੇ ਆਪ ਨੂੰ ਦੇਤਾ ਕਿ ਸਾਡੇ ਕੋਲੇ ਕੋਈ ਵੀ ਹੋਰ ਕੰਪੀਟੈਂਟ ਲੀਡਰ, ਪੁਰਾਣਾ ਕੋਈ ਬੀਜੇਪੀ ਦਾ ਲੀਡਰ ਹੈ ਹੀ ਨਹੀਂ। ਸਿਰਫ ਔਰ ਸਿਰਫ ਜੇ ਕੋਈ ਕੰਪੀਟੈਂਟ ਹੈ ਤਾਂ ਉਹ ਫਾਰਮਰ ਕਾਂਗਰਸ ਪਾਰਟੀ ਦੇ ਲੀਡਰਸ ਨੇ। ਇਹ ਭਾਰਤੀ ਜਨਤਾ ਪਾਰਟੀ ਨੇ ਸਪਸ਼ਟ ਕਰਤਾ। ਤਾਂ ਹੀ ਕਰਕੇ ਜਿਹੜੇ ਲੀਡਰਸ ਦਰੀਆਂ ਵਿਛਾਉਂਦੇ ਆਏ ਆ ਪਾਰਟੀ ਲਈ, ਖੂਨ ਡੋਲਦੇ ਆਏ ਆ, ਮਿਹਨਤ ਕਰਦੇ ਆਏ ਨੇ ਸਾਲਾਂ ਤੋਂ, ਉਹ ਸਾਰੇ ਇਗਨੋਰ ਕਰਕੇ ਜਿਹੜੇ ਕੱਲ ਆਏ ਸੀਗੇ ਉਹਨਾਂ ਨੂੰ ਪ੍ਰਧਾਨ ਬਣਾਤਾ। ਸੋ ਮੁਬਾਰਕਬਾਦ, ਤੁਸੀਂ ਇਹ ਗੱਲ ਤਾਂ ਪ੍ਰੂਫ ਕਰਤੀ। ਤੇ ਦੂਜੀ ਗੱਲ ਸਿੱਧੂ ਸਾਹਿਬ, ਇਹ ਤੋਂ ਪਹਿਲਾਂ 5-6 ਵਾਈਸ ਪ੍ਰੈਜ਼ੀਡੈਂਟਸ ਇਹਨਾਂ ਨੇ ਬਣਾਏ ਫਾਰਮਰ ਕਾਂਗਰਸ ਪਾਰਟੀ ਦੇ ਲੀਡਰਸ। ਇਹਨਾਂ ਨੇ ਜਨਰਲ ਸੈਕਟਰੀ ਬਣਾਇਆ ਕਾਂਗਰਸ ਪਾਰਟੀ ਦਾ ਫਾਰਮਰ ਲੀਡਰ, ਇਹਨਾਂ ਨੇ ਸੈਕਟਰੀ ਬਣਾਇਆ ਫਾਰਮਰ ਕਾਂਗਰਸ ਪਾਰਟੀ ਦਾ ਲੀਡਰ, ਸਪੋਕਸਪਰਸਨ ਬਣਾਏ ਫਾਰਮਰ ਕਾਂਗਰਸ ਪਾਰਟੀ ਦੇ ਲੀਡਰਸ, ਤੇ ਪ੍ਰਧਾਨ ਵੀ ਫਾਰਮਰ ਕਾਂਗਰਸ ਪਾਰਟੀ ਦਾ ਲੀਡਰ। ਸੋ ਇਹਨਾਂ ਨੂੰ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਨਾਮ ਵੀ ਆਪਦਾ ਫਾਰਮਰ ਕਾਂਗਰਸ ਹੀ ਰੱਖ ਲੈਣਾ ਚਾਹੀਦਾ। ਜਿਵੇਂ ਤ੍ਰਿਣਮੂਲ ਕਾਂਗਰਸ ਹੈ, ਇਹ ਵੀ ਆਪਦਾ ਨਾਮ ਇਦਾਂ ਹੀ ਕੁਝ ਕਰਕੇ ਰੱਖ ਲੈਣ ਫਾਰਮਰ ਕਾਂਗਰਸ ਵਰਗਾ, ਕਿਉਂਕਿ ਸਾਰੇ ਫਾਰਮਰ ਕਾਂਗਰਸ ਲੀਡਰਸ ਹੀ ਤਾਂ ਬੀਜੇਪੀ ਨੂੰ ਚਲਾ ਰਹੇ ਹੁਣ। ਵੱਡਾ ਸਵਾਲ ਹੈ ਖਿਆਲ ਸਾਹਿਬ, ਤੁਸੀਂ ਕਹਿ ਰਹੇ ਹੋ ਲੱਗਦਾ ਕਿ 70-75 ਸਾਲ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ, ਭਾਜਪਾ ਪੰਜਾਬ ਦੇ ਅੰਦਰ ਆਪਣਾ ਨਾਂ ਹੀ ਨਹੀਂ ਬਣਾ ਸਕੀ। ਬਿਲਕੁਲ, ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ, ਇਹ ਦੋਵਾਂ ਦੀ ਚਰਚਾ ਚੱਲ ਰਹੀ ਹੈ ਕੱਲ ਤੋਂ ਜੀ ਅਲਾਇੰਸ ਬਾਰੇ। ਤੇ ਮੈਂ ਦੱਸਾਂ ਕਿ ਓਵਰ ਦਾ ਟੇਬਲ ਚਾਹੇ ਹੱਥ ਨਾ ਜੋੜਨ, ਅੰਡਰ ਦਾ ਟੇਬਲ ਇਹਨਾਂ ਦੇ ਹੱਥ ਜੁੜੇ ਹੋਏ ਸੀਗੇ, ਹੈਗੇ ਹੈ ਤੇ ਅੱਗੇ ਵੀ ਬਰਕਰਾਰ ਰਹਿਣਗੇ। ਤੇ ਇਹ ਦੋਵੇਂ ਨਾ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇੱਕੋ ਵਰਗੇ ਹੈ। ਸ਼੍ਰੋਮਣੀ ਅਕਾਲੀ ਦਲ ਕਹਿ ਦਿੰਦੀ ਅਸੀਂ ਕੈਲੀਫੋਰਨੀਆ ਬਣਾਵਾਂਗੇ, ਬੀਜੇਪੀ ਕਹਿ ਦਿੰਦੀ ਹੈ 15 ਲੱਖ ਰੁਪਏ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਕਹਿ ਦਿੰਦਾ ਅਸੀਂ ਪਾਣੀ 'ਚ ਬੱਸਾਂ ਚਲਾਵਾਂਗੇ, ਤੇ ਭਾਰਤੀ ਜਨਤਾ ਪਾਰਟੀ ਕਹਿ ਦਿੰਦੀ ਹੈ ਅਸੀਂ ਡਬਲ ਕਰਾਂਗੇ ਫਾਰਮਰਸ ਇਨਕਮ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਅਸੀਂ 14 ਸੀਟਾਂ ਜਿੱਤਾਂਗੇ ਜੀ, ਤੇ ਬੀਜੇਪੀ ਕਹਿੰਦੀ ਆ ਅਸੀਂ 25 ਸਾਲ ਜਾਣੇ ਕਿਤੇ ਨਹੀਂ। ਤੇ ਦੋਵੇਂ ਜਿਹੜੇ ਐਂਟੀ ਪੰਜਾਬ ਹੈ, ਇੱਕ ਕ੍ਰਿਸ਼ੀ ਕਾਨੂੰਨ ਦੇ ਹੱਕ ਦੇ ਵਿੱਚ ਵੀਡੀਓਜ਼ ਬਣਾਉਂਦਾ ਹੈ ਸ਼੍ਰੋਮਣੀ ਅਕਾਲੀ ਦਲ, ਤੇ ਦੂਜਾ ਕ੍ਰਿਸ਼ੀ ਕਾਨੂੰਨ ਹੀ ਬਣਾ ਦਿੰਦਾ। ਸੋ ਇਹ ਦੋਵੇਂ ਪਾਰਟੀਆਂ ਜਿਹੜੀਆਂ ਬੇਸਿਕਲੀ ਇੱਕ ਸਿੱਕੇ ਦੇ ਦੋ ਪਹਿਲੂ ਹੈ ਵਿਦ ਅ ਲੋਟ ਆਫ ਸਿਮਿਲੈਰਿਟੀਜ਼। ਇਹ ਦੋਵੇਂ ਨਹੀਂ ਪੰਜਾਬ ਦੇ ਵਿੱਚ ਆਉਣਗੀਆਂ, ਚਾਹੇ ਇਕੱਲੇ ਲੜ ਲੈਣ ਤਾਂ ਵੀ 0 ਸੀਟਾਂ, ਚਾਹੇ ਮਿਲ ਕੇ ਲੜ ਲੈਣ 0+0 ਫਿਰ ਵੀ 0 ਹੀ ਰਹੂਗਾ। ਸਿੱਧਾ ਜਿਹਾ ਸਵਾਲ ਖੜਿਆਲ ਸਾਹਿਬ, ਜਦੋਂ ਆਪਾਂ 0+0 ਦੀ ਗੱਲ ਕਰਦੇ ਹਾਂ, ਹੁਣ ਆਪਾਂ ਸਭ ਨੂੰ ਪਤਾ ਕਿ ਪਾਰਲੀਮੈਂਟ ਦੀਆਂ ਇਲੈਕਸ਼ਨ ਅਗਲੇ ਸਾਲ ਏਜੰਡੇ ਦੇ ਉੱਤੇ ਆਖਰ 5-6 ਮਹੀਨੇ ਪਹਿਲਾਂ ਇਲੈਕਸ਼ਨ ਨੇ ਸ਼ੁਰੂ ਹੋ ਜਾਣਾ। ਕੀ ਲੱਗਦਾ ਜਦੋਂ ਪਾਰਲੀਮੈਂਟ ਇਲੈਕਸ਼ਨ ਆਏਗੀ ਉਹਦੇ 'ਚ ਭਾਜਪਾ ਨਾਲ ਤੇ ਅਕਾਲੀ ਦਲ ਨਾਲ ਜਿਹੜਾ ਗੱਠਜੋੜ ਨਾਲ ਕੰਟੈਸਟ ਹੋਏਗਾ, ਉਹਦੇ 'ਚ ਕਾਂਗਰਸ ਦੀ ਕਿਹੋ ਜਿਹੀ ਸਥਿਤੀ ਰਹਿ ਸਕਦੀ ਹੈ? ਦੇਖੋ, ਇਹ ਸਥਿਤੀ ਰਹੂਗੀ ਜਿਹੜੀ ਕਰਨਾਟਕਾ 'ਚ ਰਹੀ, ਜਿਹੜੀ ਹਿਮਾਚਲ 'ਚ ਰਹੀ ਜੀ। ਮਤਲਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਟ੍ਰਿਮੈਂਡਸ ਤਰੀਕੇ ਨਾਲ ਬਾਹਰ ਦਾ ਰਸਤਾ ਦਿਖਾਇਆ, ਸਵੀਪਿੰਗ ਮੈਜੋਰਿਟੀ, ਕਲੀਅਰ ਕੱਟ ਮੈਜੋਰਿਟੀ। ਤੇ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀਗੀ ਕਿ ਕਾਂਗਰਸ ਕਹਾਂ ਹੈ, ਅੱਜ ਅਸੀਂ ਪੁੱਛਦੇ ਹਾਂ ਭਾਰਤੀ ਜਨਤਾ ਪਾਰਟੀ ਕਿੱਥੇ ਹੈ। ਤੇ ਆ ਜਿਹੜਾ ਭਾਰਤੀ ਜਨਤਾ ਪਾਰਟੀ ਗੱਠ ਛੋੜਦੇ ਆ, ਜਦੋਂ ਆਪੋਜੀਸ਼ਨ ਪਾਰਟੀ ਦੀ ਮੀਟ ਹੋਈ, ਯੂਨਿਟੀ ਮੀਟ ਹੋਈ ਪਟਨਾ ਦੇ ਵਿੱਚ, ਤੇ ਭਾਰਤੀ ਜਨਤਾ ਪਾਰਟੀ ਨੇ ਟਿੱਪਣੀ ਕੀਤੀ, ਕਹਿੰਦੇ ਵੀ ਕਾਂਗਰਸ ਪਾਰਟੀ ਨੂੰ ਤਾਂ ਅਲਾਇੰਸ ਕਰਨ ਦੀ ਲੋੜ ਪੈ ਰਹੀ ਹੈ ਕਿਉਂਕਿ ਕਮਜ਼ੋਰ ਨੇ, ਇੱਥੋਂ ਪਤਾ ਲੱਗਦਾ ਕਿ ਜਿੱਤ ਨਹੀਂ ਸਕਦੇ। ਹੁਣ ਮੈਂ ਭਾਰਤੀ ਜਨਤਾ ਪਾਰਟੀ ਨੂੰ ਕਹੂੰਗਾ, ਜੇ ਕਮਜ਼ੋਰੀ ਦੀ ਨਿਸ਼ਾਨੀ ਹੈ ਤੁਹਾਡੇ ਐਨਡੀਏ ਦੇ ਵਿੱਚ 15 ਤੋਂ ਜ਼ਿਆਦਾ ਅਲਾਇੰਸ ਪਾਰਟਨਰਸ ਹੈ, 15+, ਛੱਡੋ ਨਾ ਅਲਾਇੰਸ ਉਹਨਾਂ ਨਾਲ, ਕਿਉਂਕਿ ਇਹ ਤਾਂ ਕਮਜ਼ੋਰੀ ਦੀ ਨਿਸ਼ਾਨੀ ਹੈ। ਇੱਥੋਂ ਤਾਂ ਲੱਗਦਾ ਵੀ ਤੁਸੀਂ ਜਿੱਤ ਨਹੀਂ ਸਕਦੇ। ਸੋ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਆਪਦੇ ਦੋਹਰੇ ਮਾਪਦੰਡ, ਡਬਲ ਸਟੈਂਡਰਡਸ ਦਿਖਾ ਰਹੀ ਹੈ, ਇਹਨਾਂ ਨੂੰ ਦਿਖਾਉਣਾ ਬੰਦ ਕਰੇ ਜਾਂ ਝੂਠ ਬੋਲਣਾ ਬੰਦ ਕਰੇ। ਦੂਜੀ ਗੱਲ ਇਹ ਹੈ ਸਿੱਧੂ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿ ਰਿਹਾ ਅਲਾਇੰਸ ਨਹੀਂ ਕਰਾਂਗੇ, ਇਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਆਪੋਜੀਸ਼ਨ ਯੂਨਿਟੀ ਮੀਟ ਦੇ ਵਿੱਚ ਆਇਆ ਨਹੀਂ ਪਟਨਾ ਬਿਹਾਰ ਦੇ ਵਿੱਚ। ਦੂਜਾ, ਜਦੋਂ ਪਾਰਲੀਮੈਂਟ ਇਨੋਗਰੇਸ਼ਨ ਨੂੰ ਵੀ ਸਾਡੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਇਨਵਾਈਟ ਨਹੀਂ ਭੇਜਿਆ ਇਨੋਗਰੇਸ਼ਨ ਲਈ, 21 ਪੋਲੀਟੀਕਲ ਪਾਰਟੀਆਂ ਨੇ ਦੇਸ਼ ਦੀਆਂ ਨੇ ਬੋਇਕਾਟ ਕੀਤਾ ਸੀਗਾ। ਸ਼੍ਰੋਮਣੀ ਅਕਾਲੀ ਦਲ ਫਿਰ ਵੀ ਗਿਆ ਤੇ ਬੀਜੇਪੀ ਦੇ ਨਾਲ ਸਟੈਂਡ ਲਿਆ, ਜੋ ਇਹ ਹਮੇਸ਼ਾ ਲੈਂਦੇ ਆਏ ਹੈ। ਸੋ ਓਵਰ ਦੇ ਟੇਬਲ ਮੈਂ ਤੁਹਾਨੂੰ ਦੱਸ ਰਿਹਾ, ਭਾਵੇਂ ਹੱਥ ਨਾ ਮਿਲਾਉਣ, ਅੰਡਰ ਦਾ ਟੇਬਲ ਦੇ ਥੱਲੇ ਹੱਥ ਹਮੇਸ਼ਾ ਜੁੜੇ ਹੋਏ ਰਹਿਣਗੇ। ਲੱਗਦੇ ਹੱਥ ਇੱਕ ਸਵਾਲ ਆਪਾਂ ਹੋਰ ਵੀ ਪੁੱਛ ਲੈਣਾ। ਕੱਲ ਇਹਨਾਂ ਦੀ ਮੀਟਿੰਗ ਹੋਈ, ਦੇਖੋ
ਸ਼੍ਰੋਮਣੀ ਅਕਾਲੀ ਦਲ ਦੀ ਕਾਫੀ ਦਿਨਾਂ ਬਾਅਦ ਕੋਰ ਕਮੇਟੀ ਦੀ ਸੀਨੀਅਰ ਆਗੂਆਂ ਦੀ ਮੀਟਿੰਗ, ਉਹਦੇ 'ਚ ਇੱਕ ਅਹਿਮ ਸਵਾਲ ਹੈ, ਸ਼ਾਇਦ ਅਜੇ ਮੀਡੀਆ ਨੇ ਵੀ ਇਸ ਨੂੰ ਇੰਨਾ ਪਤਾ ਨਹੀਂ ਲਿਆ। ਸਿਵਲ ਕੋਡ ਦੇ ਮਾਮਲੇ ਤੇ ਜਿਹੜਾ ਕਿ ਅਕਾਲੀ ਦਲ ਕਹਿ ਚੁੱਕਾ ਕਿ ਅਸੀਂ ਨੂੰ ਰੱਦ ਕਰਦੇ ਹਾਂ, ਕਾਂਗਰਸ ਨੇ ਕਿਹਾ ਵੀ ਸਾਡੇ ਦੇਸ਼ ਦੀ ਯੂਨਿਟੀ ਲਈ ਵੱਡਾ ਖਤਰਾ ਹੈ। ਅਕਾਲੀ ਦਲ ਨੇ ਕੀ ਕੀਤਾ, ਉਹਦੇ ਲਈ 4 ਮੈਂਬਰੀ ਕਮੇਟੀ ਬਣਾਤੀ। ਇਹ ਕਮੇਟੀ ਜੀ ਜਿਹੜੀ ਹੈਗੀ ਹੈ ਜਾਂਚ ਕਰੇਗੀ, ਪੜਤਾਲ ਕਰੇਗੀ ਤੇ ਉਸ ਤੋਂ ਬਾਅਦ ਰਿਪੋਰਟ ਪੇਸ਼ ਕਰੇਗੀ। ਜਦੋਂ ਅਕਾਲੀ ਦਲ ਰੱਦ ਕਰ ਚੁੱਕਾ ਸੀ ਤਾਂ ਹੁਣ ਕਿਉਂ ਨਹੀਂ ਰੱਦ ਕੀਤਾ, ਹੁਣ ਕਮੇਟੀ ਕਿਉਂ ਬਣਾਈ ਹੈ? ਕੀ ਲੱਗਦਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਪਾਸੇ ਨੂੰ ਕਦਮ ਨਹੀਂ ਆਏ? ਦੇਖੋ ਪੂਰਾ ਇਹਦੇ ਵਿੱਚ ਬੰਦਾ ਕਲੀਅਰਲੀ ਦੇਖ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕੋ ਪੇਜ ਤੇ ਹੈ, ਸੇਮ ਪੇਜ, ਐਂਡ ਦੇ ਹੈਵ ਆਲਵੇਜ਼ ਬੀਨ ਔਨ ਦ ਸੇਮ ਪੇਜ। ਇਹ ਕਦੇ ਵੱਖਰੇ ਰਹੇ ਨਹੀਂ ਹੈ ਸਿੱਧੂ ਸਾਹਿਬ। ਤੇ ਮੈਂ ਇੱਕ ਗੱਲ ਸਪਸ਼ਟ ਕਰਾਂ, ਤੁਸੀਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੇ ਹੋ ਕਿ ਇਹ ਦੋਵਾਂ ਨੂੰ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਨੇ ਵੀ ਜ਼ਿਕਰ ਕੀਤਾ, ਇਹਨਾਂ ਦੇ ਪਾਠਕ ਸਾਹਿਬ ਨੇ ਪ੍ਰੈਸ ਕਾਨਫਰੰਸ ਤਾਂ ਕਰਤੀ, ਲੇਕਿਨ ਹਾਈ ਕਮਾਂਡ ਦਿੱਲੀ ਦੀ ਜਦੋਂ ਯੂਨੀਫਾਰਮ ਸਿਵਲ ਕੋਡ ਦੇ ਹੱਕ ਵਿੱਚ ਆ ਖੜੀ ਹੁੰਦੀ ਹੈ, ਥੋੜੇ ਟਾਈਮ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਬਿਆਨ ਦੇਣ ਤੋਂ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਿਆਨ ਦਿੱਤਾ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ, ਆਮ ਆਦਮੀ ਪਾਰਟੀ ਨੇ ਵੀ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਕਹਿਤਾ। ਇਹ ਤੋਂ ਕੀ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ। ਇੱਕ ਦੂਜਾ ਕਿ ਯੂਨੀਫਾਰਮ ਸਿਵਲ ਕੋਡ ਬਾਰੇ ਭਗਵੰਤ ਮਾਨ ਸਾਹਿਬ ਨੂੰ ਇੱਕ ਦਫਾ ਪੁੱਛਿਆ ਨਹੀਂ ਗਿਆ। ਦਿੱਲੀ ਦੀ ਹਾਈ ਕਮਾਂਡ ਜੇ ਕਹਿ ਰਹੀ ਅਸੀਂ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ ਹੈ ਤੇ ਭਗਵੰਤ ਮਾਨ ਸਾਹਿਬ ਦਾ ਬਿਆਨ ਕੁਝ ਹੋਰ ਆ ਰਿਹਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ, ਤਾਂ ਇਹਦਾ ਇਹੀ ਮਤਲਬ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੀ ਨਹੀਂ ਗਿਆ। ਪੁੱਛਣਾ ਠੀਕ ਨਹੀਂ ਸਮਝਿਆ ਦਿੱਲੀ ਦੀ ਹਾਈ ਕਮਾਂਡ ਨੇ। ਹਾਲਾਂਕਿ ਪੰਜਾਬ ਦਿੱਲੀ ਤੋਂ ਜ਼ਿਆਦਾ ਵੱਡਾ ਵੀ ਹੈ, ਜ਼ਿਆਦਾ ਪੋਪੂਲੇਟਡ ਵੀ ਹੈ, ਫੁੱਲ ਫਲੈਜਡ ਸਟੇਟ ਵੀ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨਾਲੋਂ ਜ਼ਿਆਦਾ ਪਾਵਰਫੁਲ ਵੀ ਹੈ। ਜੇ ਉਹਦੇ ਬਾਵਜੂਦ ਪੰਜਾਬ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੀ ਨਹੀਂ ਇਹਨਾਂ ਨੇ ਸਟੈਂਡ ਸਪਸ਼ਟ ਕਰਨ ਤੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ ਤੇ, ਤਾਂ ਇਹ ਚੀਜ਼ ਕਲੀਅਰ ਕਰ ਦਿੰਦਾ ਹੈ ਕਿ ਸਰਕਾਰ ਪੰਜਾਬ ਦੀ ਦਿੱਲੀ ਤੋਂ ਚੱਲ ਰਹੀ ਹੈ, ਪੰਜਾਬ ਤੋਂ ਚੱਲ ਹੀ ਨਹੀਂ ਰਹੀ ਹੈ। ਕੀ ਲੱਗਦਾ ਕਿ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਕਿ ਨਹੀਂ ਜੀ ਜਿਹੜਾ ਸਿਵਲ ਕੋਡ ਹੈ ਇਹਦੇ 'ਚ ਸਾਡੀ ਦੇਸ਼ ਦੀ ਬੜੀ ਵਿਭਿੰਨਤਾ ਹੈ, ਵੱਖ-ਵੱਖ ਵਰਗ ਹੈ, ਹੋਰ ਹੈ, ਉਹਨਾਂ ਦੀ ਅਹਿਮੀਅਤ ਰਹਿਣੀ ਚਾਹੀਦੀ ਹੈ, ਲੱਗਦਾ ਕਿ ਭਗਵੰਤ ਮਾਨ ਹੁਣ ਕਿਤੇ ਪੰਜਾਬੀਆਂ ਦੇ ਦਬਾਅ ਹੇਠਾਂ ਆ ਕੇ ਯੂ ਟਰਨ ਲੈ ਰਿਹਾ, ਕਿਉਂਕਿ ਦਿੱਲੀ 'ਚ ਪਾਠੇ ਕੋਈ ਹੋਰ ਗੱਲ ਕਰ ਰਿਹਾ, ਭਗਵੰਤ ਮਾਨ ਕੋਈ ਹੋਰ ਬੋਲੀ ਬੋਲ ਰਹੇ? ਭਗਵੰਤ ਮਾਨ ਸਾਹਿਬ ਕਹਿੰਦੇ ਦੇਸ਼ ਇੱਕ ਗੁਲਦਸਤਾ ਹੈ, ਫੁੱਲਾਂ ਦਾ ਗੁਲਦਸਤਾ ਹੈ, ਤੇ ਕਿਉਂ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਵੀ ਇੱਕ ਫੁੱਲ ਹੀ ਹੋਵੇ। ਮੈਨੂੰ ਤਾਂ ਐਂ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਤੁਹਾਨੂੰ ਪਹਿਲਾਂ ਤਾਂ ਆਪਦੀ ਹਾਈ ਕਮਾਂਡ ਨੂੰ ਹੀ ਸਵਾਲ ਪੁੱਛਣਾ ਚਾਹੀਦਾ ਵੀ ਜੇ ਦੇਸ਼ ਇੱਕ ਗੁਲਦਸਤਾ ਹੈ ਫੁੱਲਾਂ ਦਾ, ਤੇ ਤੁਸੀਂ ਫਿਰ ਕਿਉਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਹੇ ਹੋ? ਕਿ ਇਹਨਾਂ ਨੂੰ ਨਹੀਂ ਪਤਾ ਲਾਅ ਕਮਿਸ਼ਨ ਦਾ ਕੀ ਕਹਿਣਾ ਹੈ? ਲਾਅ ਕਮਿਸ਼ਨ ਨੇ ਕਲੀਅਰਲੀ ਕਿਹਾ ਹੈ ਕਿ ਇਸ ਵਕਤ ਇਹਨੂੰ ਇੰਪਲੀਮੈਂਟ ਹੀ ਨਹੀਂ ਕੀਤਾ ਜਾ ਸਕਦਾ, ਤੇ ਨਾ ਹੀ ਇਹ ਚਾਹਿਆ ਜਾ ਰਿਹਾ। ਇਟ ਇਜ਼ ਨਾਟ ਡਿਜ਼ਾਇਰੇਬਲ, ਇਹ ਸ਼ਬਦ ਹੈ ਲਾਅ ਕਮਿਸ਼ਨ ਦੇ। ਦੂਜੀ ਗੱਲ, ਇਹਨਾਂ ਨੂੰ ਕੀ ਨਹੀਂ ਪਤਾ ਡਾਇਰੈਕਟਿਵ ਪ੍ਰਿੰਸੀਪਲ ਆਰਟੀਕਲ 44 ਦਾ ਵੇਰਵਾ ਦਿੰਦੇ ਆ, ਡਾਇਰੈਕਟਿਵ ਪ੍ਰਿੰਸੀਪਲ ਐਨਫੋਰਸੇਬਲ ਹੀ ਨਹੀਂ ਹੁੰਦੇ। ਤੀਜਾ ਕਿ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਸਾਡਾ ਆਰਟੀਕਲ 25 ਫਰੀडम ਟੂ ਪ੍ਰੈਕਟਿਸ ਰਿਲੀਜਨ ਵਾਇਲੇਟ ਹੁੰਦਾ। ਤੇ ਨਾਲੇ 9 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਦਫਾ ਵੀ ਟੇਬਲ ਕੀਤਾ ਯੂਨੀਫਾਰਮ ਸਿਵਲ ਕੋਡ ਨੂੰ ਪਾਰਲੀਮੈਂਟ 'ਚ। ਸੋ ਕਹਿਣ ਨੂੰ ਬਹੁਤ ਕੁਝ ਕਹਿਣਗੇ, ਜਦੋਂ ਕਰਨ ਦੀ ਵਾਰੀ ਆਉਂਦੀ ਹੈ ਕੁਝ ਨਹੀਂ ਕਰਦੇ। ਤੇ ਮੈਂ ਇੱਕ ਹੋਰ ਗੱਲ ਇਹ ਮੁੱਦੇ ਤੇ ਕਹਾਂ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਜਦੋਂ ਦੀ ਆਈ ਹੈ ਨਾ ਸਿੱਧੂ ਸਾਹਿਬ, ਸਾਡੇ ਇੱਕ ਤੋਂ ਬਾਅਦ ਇੱਕ ਹੱਕ ਕੰਪਰੋਮਾਈਜ਼ ਹੋਏ ਹੈ। ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਸਾਰਾ ਕੁਝ ਛੱਡ ਛੜਾ ਕੇ ਇੱਕ ਟੋਲ ਤੇ ਜਾ ਕੇ ਫੋਟੋ ਸੈਸ਼ਨ ਤਾਂ ਕਰ ਲੈਂਦੀ ਹੈ, ਫੋਟੋਆਂ ਵੀ ਖਿਚਾ ਲੀਆਂ, ਟਵੀਟ ਵੀ ਕਰ ਲਏ, ਲੇਕਿਨ ਇਹ ਨਹੀਂ ਸੋਚਦੀ ਕਿ ਇੱਕ ਗੇੜੇ ਦਾ ਖਰਚਾ ਕਿੰਨਾ ਬਣਦਾ। ਕਹਿੰਦੇ 4,60,000 ਇੱਕ ਦਿਨ ਦਾ ਟੋਲ ਦਾ ਬਣਦਾ ਸੀਗਾ। ਕਹਿੰਦੇ ਕਿ ਟੋਲ ਪਲਾਜ਼ੇ ਕਾਂਗਰਸ ਵੇਲੇ ਤਾਂ ਬੰਦ ਨਹੀਂ ਹੋਏ ਜੀ, ਦੇਖੋ ਅਸੀਂ ਬੰਦ ਕਰ ਰਹੇ ਹਾਂ। ਵੱਖਰੀ ਗੱਲ ਹੈ ਕਿ ਭਾਵੇਂ ਡੇਟਾਂ ਲੰਘ ਚੁੱਕੀਆਂ ਉਹਨਾਂ ਦੀਆਂ, ਪਰ ਕਿਹਾ ਹੀ ਜਾ ਰਿਹਾ। ਦੇਖੋ ਜਦੋਂ ਸਿੱਧੂ ਸਾਹਿਬ ਮਿਆਦ ਹੀ ਖਤਮ ਹੋ ਗਈ ਟੋਲ ਦੀ, ਉੱਥੇ ਸੀਐਮ ਸਾਹਿਬ ਜਾਂਦੇ ਆ ਸਾਰਾ ਤੰਤਰ ਲੈ ਕੇ, ਸਾਰਾ ਗਨਮੈਨ, ਸਾਰੀ ਗੱਡੀਆਂ, ਕੌਨਵੋਏ, ਫਿਰ ਐਂਬੂਲੈਂਸ ਵੀ ਵਿੱਚੇ, ਫਾਇਰ ਬ੍ਰਿਗੇਡ ਵੀ ਵਿੱਚੇ। ਇਹਦੇ ਖਰਚਾ ਕਿੰਨਾ ਹੁੰਦਾ ਹੈ? 4,60,000 ਜੇ ਕਹਿੰਦੇ ਇੱਕ ਦਿਨ ਦਾ ਟੋਲ ਦਾ ਪੈਸਾ ਬਣਦਾ ਸੀਗਾ, ਤੇ ਤੁਹਾਡੀ ਤਾਂ ਇੱਕ ਟ੍ਰਿਪ ਉਹਨੂੰ ਕ੍ਰੋਸ ਕਰ ਗਈ ਹੈ। ਤੁਹਾਡਾ ਜਹਾਜ਼ ਜਦੋਂ ਉੱਡਦਾ ਹੈ ਪਲੇਨ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਲਈ, ਜਦੋਂ ਪੰਜਾਬ ਦੇ ਨਾਲ ਮਸਲਾ ਰਿਲੇਟਡ ਹੀ ਨਹੀਂ ਹੈ, ਇੱਕ ਟ੍ਰਿਪ ਦਾ 4,60,000 ਤੋਂ ਜ਼ਿਆਦਾ ਖਰਚਾ ਹੁੰਦਾ ਹੈ। ਤੁਸੀਂ ਐਡ ਤੇ ਕਿੰਨਾ ਖਰਚਾ ਹੈ, ਮਾਰਕੀਟਿੰਗ ਤੇ ਕਿੰਨਾ ਖਰਚਾ ਹੈ, ਬ੍ਰਾਂਡਿੰਗ ਤੇ ਕਿੰਨਾ ਖਰਚਾ ਹੈ। ਫਿਰ ਤੁਸੀਂ ਸਾਡੀ ਗੱਲ ਕਰਦੇ ਸੀ ਨੋਟਿਸ ਦੀ ਗੱਲ ਵੀ ਪੈਸਾ ਮੋੜੋ। ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਗਵਰਨਰ ਸਾਹਿਬ ਦੇ ਨਾਲ ਜਦੋਂ ਟਸਲ ਹੋਈ, ਸੁਪਰੀਮ ਕੋਰਟ ਗਏ, ਪ੍ਰਾਈਵੇਟ ਲਾਇਰ ਐਂਗੇਜ ਕੀਤਾ, ਤੇ ਉਹ ਪੈਸਾ ਆਮ ਆਦਮੀ ਪਾਰਟੀ ਆਪਦੀ ਜੇਬ ਚੋਂ ਦੇਵੇ ਨਾ ਅੱਜ। ਦੂਜਾ, ਜਦੋਂ ਕੁਮਾਰ ਵਿਸ਼ਵਾਸ ਦਾ ਕੁਐਸ਼ਿੰਗ ਦਾ ਕੇਸ ਸੀ ਵੀ ਪਰਚਾ ਕੁਐਸ਼ ਹੋਵੇ, ਪ੍ਰਾਈਵੇਟ ਲਾਇਰ ਐਂਗੇਜ ਕੀਤਾ, ਆਮ ਆਦਮੀ ਪਾਰਟੀ ਦੀ ਸਰਕਾਰ ਦੇਵੇ ਆਪਦੀ ਜੇਬ ਚੋਂ। ਆਰਡੀਐਫ ਦੇ ਮਸਲੇ ਤੇ ਗਏ ਹੈ,
ਉੱਥੇ ਵੀ ਪ੍ਰਾਈਵੇਟ ਲਾਇਰ ਇੰਗੇਜ ਕੀਤਾ। ਤੁਹਾਡੇ ਕੋਲ ਏਜੀ ਆਫਿਸ ਹੈਗਾ, ਫਿਰ ਉਹਦੇ ਬਾਵਜੂਦ ਪ੍ਰਾਈਵੇਟ ਲਾਇਰ ਇੰਗੇਜ ਕਰਨ ਦੀ ਕੀ ਲੋੜ ਹੈ? ਤੇ ਜੇ ਕਰਨਾ ਪੈ ਰਿਹਾ ਹੈ ਫਿਰ ਸਾਨੂੰ ਕਿਉਂ ਕਹਿੰਦੇ ਹੋ ਵੀ ਤੁਸੀਂ ਪ੍ਰਾਈਵੇਟ ਲਾਇਰ ਕਿਉਂ ਇੰਗੇਜ ਕੀਤਾ? ਤੇ ਗਲਤੀ ਵੀ ਇਹਨਾਂ ਦੀ ਹੈ। ਗਵਰਨਰ ਸਾਹਿਬ ਨਾਲ ਜੇ ਸੁਪਰੀਮ ਕੋਰਟ ਜਾਣਾ ਪਿਆ, ਗਲਤੀ ਆਮ ਆਦਮੀ ਪਾਰਟੀ ਨੇ ਕੀ ਕੀਤੀ? ਆਰਟੀਕਲ 167 ਵਾਇਲੇਟ ਕੀਤਾ। 167 ਬੜਾ ਕਲੀਅਰਲੀ ਕਹਿੰਦਾ ਹੈ ਕਿ ਤੁਹਾਨੂੰ ਜਵਾਬ ਦੇਣਾ ਪਊ ਜੇ ਗਵਰਨਰ ਸਾਹਿਬ ਸਵਾਲ ਪੁੱਛਣਗੇ, ਡਿਊਟੀ ਬਾਉਂਡ ਹੋ। ਉਹਦੇ ਬਾਵਜੂਦ ਗਏ ਤੇ ਫਟਕਾਰ ਲਵਾ ਕੇ ਆਏ ਆਪਦੇ ਆਪ ਨੂੰ। ਸੁਪਰੀਮ ਕੋਰਟ ਨੇ ਬੜਾ ਕਲੀਅਰਲੀ ਕਿਹਾ ਕਿ ਤੁਹਾਡੀ ਭਾਸ਼ਾ ਅਪਮਾਨਜਨਕ ਸੀਗੀ, ਅਨਕਨਸਟੀਟਿਊਸ਼ਨਲ ਸੀਗੀ ਤੇ ਤੁਹਾਨੂੰ ਜਵਾਬ ਦੇਣਾ ਪਊਗਾ। ਖਿਆਲ ਸਾਹਿਬ, ਪਰ ਇਹ ਬਾਰ-ਬਾਰ ਜਿਹੜਾ ਹੈਗਾ ਭਗਵੰਤ ਮਾਨ ਜਾਂ ਉਹਨਾਂ ਦੇ ਜਿਹੜੇ ਹੋਰ ਕੈਬਨਿਟ ਕਲੀਗ ਆ, ਬਾਰ-ਬਾਰ ਇਹ ਕਾਂਗਰਸ ਦੇ ਕਹਿੰਦੇ ਰਹਿੰਦੇ ਆ ਕਿ ਕਿਉਂ ਕਿ ਜੀ ਅਸੀਂ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਇਹਨਾਂ ਦੇ ਸਾਬਕਾ ਮੰਤਰੀਆਂ ਨੂੰ, ਇਹਨਾਂ ਦੇ ਵਿਧਾਇਕਾਂ ਨੂੰ ਅੰਦਰ ਕਰ ਰਹੇ ਹਾਂ, ਇਸ ਕਰਕੇ ਕਾਂਗਰਸ ਦੀ ਲੀਡਰਸ਼ਿਪ ਨੂੰ ਪੰਜਾਬ ਦੀ ਤਕਲੀਫ ਹੈ, ਤਾਂ ਸਾਡੇ ਬਾਰ-ਬਾਰ ਕਹਿੰਦੇ। ਪਰ ਉਹ ਕਹਿੰਦੇ ਅਸੀਂ ਤਾਂ ਜੀ ਪੈਸੇ ਦਾ ਹਿਸਾਬ ਕਿਤਾਬ ਲਵਾਂਗੇ ਨਾ ਸਾਰਿਆਂ ਤੋਂ। ਪਹਿਲਾਂ ਤਾਂ ਮੈਂ ਟੋਲ ਦਾ ਹੀ ਦੱਸਦਾ, ਜੇ ਕਹਿ ਰਹੇ ਇਲੀਗਲ ਚੱਲ ਰਿਹਾ ਸੀਗਾ, ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀਗਾ, ਤੇ 15 ਮਹੀਨੇ ਤੁਹਾਡੀ ਸਰਕਾਰ ਬਣੇ ਹੋ ਗਏ, ਪਹਿਲੇ ਦਿਨ ਹੀ ਕਿਉਂ ਨਹੀਂ ਬੰਦ ਕੀਤਾ ਬਈ? ਦੂਜੀ ਗੱਲ, ਉਹ 4,60,000 ਇੱਕ ਦਿਨ ਦਾ ਇਨਟੂ ਮਲਟੀਪਲਾਈ ਕਰ ਲਓ 15 ਮਹੀਨਿਆਂ ਦੇ ਨਾਲ, ਕਿੰਨਾ ਬਣ ਗਿਆ? ਤੋ ਇਹਦਾ ਮਤਲਬ ਤਾਂ ਆਮ ਆਦਮੀ ਪਾਰਟੀ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹੇ ਸੀਗੇ। ਦੂਜਾ, ਸਿੱਧੂ ਸਾਹਿਬ, ਆਮ ਆਦਮੀ ਪਾਰਟੀ ਦਾ ਐਂਡ ਗੋਲ ਕੀ ਸੀ? ਵੀ ਪੈਸਾ ਬਚੇ ਤੇ ਪੰਜਾਬ ਤੇ ਲੱਗੇ। ਪੈਸਾ ਤੁਸੀਂ ਜਿਹੜਾ ਹੋਰ ਚੀਜ਼ਾਂ ਦੇ ਖਰਚ ਰਹੇ ਹੋ, ਜਿੱਥੇ ਪੰਜਾਬ ਦਾ ਫਾਇਦਾ ਕੋਈ ਨਹੀਂ, ਜਿਵੇਂ ਮੈਂ ਉਦਾਹਰਨ ਦਿੱਤਾ ਐਡ ਦਾ, ਉਹਦੇ ਬਾਰੇ ਕੌਣ ਬੋਲੂਗਾ? ਇੱਥੇ ਚੰਡੀਗੜ੍ਹ ਦੇ ਵਿੱਚ ਫਲੈਕਸ ਲੱਗੇ ਹੋਏ ਆ ਜੀ। ਚੰਡੀਗੜ੍ਹ ਦੇ ਵਿੱਚ ਫਲੈਕਸ ਤਾਂ ਲਾ ਦਿੰਦੇ ਆ, ਪਰ ਜਦੋਂ ਚੰਡੀਗੜ੍ਹ ਤੇ ਦੂਜੇ ਸੂਬੇ ਹੱਕ ਜਤਾਉਂਦੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਪੋਜ਼ ਨਹੀਂ ਕਰਦੀ ਜਿਵੇਂ ਕਰਨਾ ਚਾਹੀਦਾ ਹੈ। ਸਾਡਾ BBMB ਤੇ ਹੱਕ, ਸਿਟਕੋ ਤੇ ਹੱਕ, ਸੈਂਟਰਲ ਸਰਵਿਸ ਰੂਲ ਤੇ ਹੱਕ, ਪੰਜਾਬ ਯੂਨੀਵਰਸਿਟੀ ਤੇ ਹੱਕ, ਵੱਖਰੀ ਵਿਧਾਨ ਸਭਾ ਦਾ ਇਸ਼ੂ, ਵੱਖਰੀ ਹਾਈ ਕੋਰਟ ਦਾ ਇਸ਼ੂ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਮੈਚ ਵਾਲੇ ਵੀ ਕੁਝ ਨਹੀਂ ਕੀਤਾ ਜੀ। ਜਦੋਂ ਪੰਜਾਬ ਨੂੰ ਮੈਚ ਨਹੀਂ ਮਿਲਿਆ ਤੇ ਹਿਮਾਚਲ ਨੂੰ ਮਿਲ ਗਿਆ। ਉਸ ਸਵਾਲ ਮੈਂ ਇੱਕ ਸਵਾਲ ਜਦੋਂ ਮੈਚ ਦੀ ਗੱਲ ਕਰਦੇ ਹਾਂ, ਬੜਾ ਦਿਲਚਸਪ ਸਵਾਲ ਹੈ ਕਿ ਇਹਨਾਂ ਨੇ ਇੱਕ ਜਿਹੜੇ ਜਾਣੇ ਪਛਾਣੇ ਚੋਟੀ ਦੇ ਕ੍ਰਿਕਟਰ ਜਿਹੜਾ ਉਹਨਾਂ ਰਾਜ ਸਭਾ 'ਚ ਭੇਜਿਆ ਜੀ। ਮੈਂ ਤਾਂ ਉਸ ਖਿਡਾਰੀ ਦਾ ਕਦੇ ਇਸ ਮਾਮਲੇ ਤੇ ਕਮੈਂਟ ਤੱਕ ਨਹੀਂ ਦੇਖਿਆ। ਬਿਲਕੁਲ ਸਿੱਧੂ ਸਾਹਿਬ, ਬਿਲਕੁਲ। ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਹੈ। ਇਹਨਾਂ ਦੇ ਖੋਖਲੇ ਦਾਅਵਿਆਂ ਦੀ ਲਿਸਟ ਹੈ ਬੜੀ ਲੰਬੀ। ਸੁਖ ਵਿਲਾਸ ਕਿਰਾਏ ਤੇ ਚੜਾਵਾਂਗੇ, ਚੜਾਤਾ। ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ, ਕਰਾਤੀ। ਅਸੀਂ ਸਿੱਧੂ ਮੂਸੇਵਾਲੇ ਦੇ ਕੇਸ 'ਚ ਮੁਲਜ਼ਮ ਅਬਰੋਡ ਫੜ ਲਿਆ, ਉਹ ਫੜ ਲਿਆ ਤੁਸੀਂ। ਫਿਰ ਉਹ ਤੋਂ ਬਾਅਦ ਕਹਿੰਦੇ ਕਿ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀ ਮਾਮਲੇ 'ਚ ਇਨਸਾਫ ਕਰਾਂਗੇ, ਹੋ ਗਿਆ। 4 ਮਹੀਨਿਆਂ 'ਚ ਨਸ਼ਾ ਖਤਮ ਕਰਾਂਗੇ, ਕਰਤਾ। 1000 ਮਹਿਲਾਵਾਂ ਨੂੰ ਦੇਵਾਂਗੇ, ਦੇਤਾ। ਸੋ ਲਾਈਨ ਹੀ ਹੈ। BMW ਦਾ ਯੂਨਿਟ ਆਊਗਾ। ਸਾਬਕਾ ਮੁੱਖ ਮੰਤਰੀ ਚੰਨੀ ਤੋਂ ਵੀ ਕਹਿੰਦੇ ਸੀ ਖਿਡਾਰੀ ਤੋਂ ਜਿਹੜੇ ਪੈਸੇ ਲੈਣ ਦਾ ਹਿਸਾਬ ਕਿਤਾਬ ਮੰਗਾਂਗੇ, ਬਿਲਕੁਲ ਲੈ ਲਿਆ। ਕੋਈ ਨਾ ਕੇਸ, ਨਾ ਕੋਈ ਕਾਰਵਾਈ, ਕੁਛ ਵੀ ਨਹੀਂ, ਹਵਾਈ ਗੱਲਾਂ। ਸੋ ਸਿੱਧੂ ਸਾਹਿਬ, ਜਿੱਥੋਂ ਤੱਕ ਵਸੂਲੀ ਦੀ ਗੱਲ ਹੈ, 15 ਮਹੀਨੇ ਜੇ ਟੋਲ ਚੱਲਿਆ, ਇਹ ਕਹਿੰਦੇ ਆ ਵੀ 10 ਟੋਲ ਚੱਲ ਰਹੇ ਸੀਗੇ, ਇੱਕ ਹੁਣ ਤੁਸੀਂ ਹਾਲ ਹੀ 'ਚ ਬੰਦ ਕੀਤਾ, ਤੇ ਇੱਕ ਵੀ ਆਪਰੇਟਰ ਤੇ ਕਾਰਵਾਈ ਹੋਈ? ਕੋਈ ਵਸੂਲੀ ਹੋਈ? ਤੁਸੀਂ ਤਾਂ ਕਰਪਸ਼ਨ ਦੀ ਗੱਲ ਕਰ ਰਹੇ ਸੀ ਸਿੱਧੂ ਸਾਹਿਬ, ਤੁਸੀਂ ਵੀ ਸਵਾਲ ਕੀਤਾ ਸੀਗਾ ਕਰਪਸ਼ਨ ਤੇ, ਹੁਣ ਮੈਂ ਆ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨਾਲ ਦਿੱਲੀ 'ਚ ਇਹਨਾਂ ਦੇ ਲੀਡਰਾਂ ਦੇ ਕੇਸ ਹੋਵੇ, ਮਨੀਸ਼ ਸਿਸੋਦੀਆ ਸਾਹਿਬ ਡਿਪਟੀ CM ਜੇਲ੍ਹ 'ਚ ਬੈਠੇ ਹੈ, ਮਿਨਿਸਟਰ ਸਤਿੰਦਰ ਜੈਨ ਜੇਲ੍ਹ 'ਚ ਬੈਠੇ ਹੈ, ਵਿਜੇ ਸਿੰਗਲਾ ਮੰਤਰੀ ਪਦ ਤੋਂ ਉਤਾਰਤਾ, ਅਮਿਤ ਰਤਨ ਕੇਸ ਹੋ ਗਿਆ। ਸੋ ਕਿੰਨੇ ਲੀਡਰਸ ਹੈ? ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਆਪਦੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਹੈ, ਆਈਨਾ ਦੇਖ ਲੈਣਾ ਚਾਹੀਦਾ। ਹੁਣ ਦੂਜਾ, ਜਦੋਂ ਦਿੱਲੀ 'ਚ ਇਹਨਾਂ ਦੇ ਲੀਡਰਾਂ ਨਾਲ ਹੋਵੇ ਪੋਲੀਟੀਕਲ ਵੈਂਡੇਟਾ ਜੀ, ਸਾਡੇ ਨਾਲ ਪੋਲੀਟੀਕਲ ਵੈਂਡੇਟਾ ਹੋ ਰਿਹਾ, ਜਦੋਂ ਪੰਜਾਬ ਦੇ ਵਿੱਚ ਕਰਨ, ਅਸੀਂ ਤਾਂ ਜੀ ਸਭ ਕੁਝ ਠੀਕ ਕਰ ਰਹੇ ਹਾਂ। ਫਿਰ ਮੈਨੂੰ ਇੱਕ ਗੱਲ ਆਮ ਆਦਮੀ ਪਾਰਟੀ ਦੱਸ ਦੇ, ਜੇ ਤੁਸੀਂ ਵਾਕਈ ਸਹੀ ਕਰ ਰਹੇ ਹੋ ਤੇ ਜਿਹੜੇ ਪਰਚੇ ਤੁਸੀਂ ਕੀਤੇ ਹੈ ਆਊਟ ਆਫ ਪੋਲੀਟੀਕਲ ਵੈਂਡੇਟਾ, ਕੁਮਾਰ ਵਿਸ਼ਵਾਸ ਦਾ ਪਰਚਾ ਕਿਵੇਂ ਖਾਰਜ ਕਰਤਾ ਆਨਰੇਬਲ ਹਾਈ ਕੋਰਟ ਨੇ? ਤਜਿੰਦਰ ਬੱਗਾ, ਉਹਦਾ ਪਰਚਾ ਕਿਵੇਂ ਆਨਰੇਬਲ ਹਾਈ ਕੋਰਟ ਨੇ ਕੁਐਸ਼ ਕਰਤਾ? ਇਹਦਾ ਮਤਲਬ ਇਹੀ ਹੈ ਨਾ ਵੀ ਪਰਚੇ ਗਲਤ ਸੀ ਤਾਂ ਹੀ ਕੁਐਸ਼ ਕੀਤੇ ਹਾਈ ਕੋਰਟ ਨੇ, ਤਾਂ ਹੀ ਤਾਂ ਟ੍ਰਾਇਲ ਨਹੀਂ ਚੱਲਿਆ। ਅਗਲਾ ਜਿਹੜਾ ਆਮ ਆਦਮੀ ਪਾਰਟੀ ਦਾ ਦਾਅਵਾ ਹੈ, ਕਹਿੰਦੇ ਕਰਪਸ਼ਨ ਹੈਲਪਲਾਈਨ ਹੈ ਜੀ, ਅਸੀਂ ਕਰਪਸ਼ਨ ਖਤਮ ਕਰ ਦਾਂਗੇ। ਕਹਿੰਦਾ ਨੰਬਰ ਦਿੰਦੇ ਆ ਉਹਨਾਂ 3 ਲੱਖ ਤੋਂ ਜ਼ਿਆਦਾ ਕੰਪਲੇਂਟਸ ਤੇ ਐਕਸ਼ਨ ਕਿੰਨਿਆਂ ਦੇ ਵਿੱਚ? 100 ਤੋਂ ਘੱਟ ਦੇ ਵਿੱਚ। ਇਹਦਾ ਮਤਲਬ ਕੀ ਹੈ ਕਿ ਐਕਸ਼ਨ ਰੇਟ 1% ਤੋਂ ਘਟਦਾ। ਤੇ ਦੂਜਾ, ਇੱਕ ਵੀ ਕਾਂਗਰਸ ਲੀਡਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੇਸ ਕੀਤੇ, ਕਿਸੇ ਨੂੰ ਕਨਵਿਕਸ਼ਨ ਨਹੀਂ ਹੋਈ ਹੈ, ਸਜ਼ਾ ਨਹੀਂ ਹੋਈ ਹੈ। ਇਹ ਧੱਕੇ ਨਾਲ ਪਰਚਾ ਤਾਂ ਕਰ ਸਕਦੇ ਹੈ, ਸਜ਼ਾ ਤਾਂ ਨਹੀਂ ਦੇ ਸਕਦੇ ਨਾ। ਸੋ ਮੈਂ ਇਹਨਾਂ ਨੂੰ ਇਹ ਦੱਸਦਾ ਵੀ ਕੁਐਸ਼ ਹੋ ਗਿਆ, ਸਜ਼ਾ ਕਿਸੇ ਨੂੰ ਹੋਈ ਨਹੀਂ। ਤੁਹਾਡੇ ਲੀਡਰਾਂ ਦੇ ਕੇਸ ਹੋ ਗਏ, ਪਰ ਤੁਸੀਂ ਜ਼ੀਰੋ ਟੋਲਰੈਂਸ ਕਹਿੰਦੇ ਸੀਗੇ। ਇੱਕ ਤਾਂ ਵਿਜੇ ਸਿੰਗਲਾ ਨੂੰ ਪਾਰਟੀ ਮੈਂਬਰਸ਼ਿਪ ਚੋਂ ਕਿਉਂ ਨਹੀਂ ਕੱਢਿਆ? ਤੇ ਦੂਜਾ, ਜੇ ਕਾਂਗਰਸ ਇੰਨੀ ਮਾੜੀ ਹੈ, ਇੰਨੇ ਇਲਜ਼ਾਮ ਲਾਉਣੇ ਹੋ, ਫਿਰ ਇਹੀ ਕਾਂਗਰਸ ਤੋਂ ਸਮਰਥਨ ਕਿਉਂ ਮੰਗਣ ਆ ਰਹੇ ਹੋ? ਹੋ ਗਿਆ ਨਾ ਐਕਸਪੋਜ਼, ਡਬਲ ਸਟੈਂਡਰਡ। ਇਸੇ ਮੁੱਦੇ ਤੋਂ ਕਹਿੰਦੇ ਆ ਕਿ ਵੀ ਜਾਣਬੁੱਝ ਕੇ, ਕਿਉਂਕਿ ਯੂਨਿਟੀ ਨਹੀਂ ਹੋਣ ਦੇਣਾ ਚਾਹੁੰਦੇ, ਪੰਜਾਬ ਦੀ ਕਾਂਗਰਸ ਹੀ ਕਹਿੰਦੇ ਸਾਨੂੰ ਅਪੋਜ਼ ਕਰਦੀ ਹੈ, ਚਾਹੇ ਆਰਡੀਨੈਂਸ ਦਾ ਮੁੱਦਾ ਹੋਵੇ ਚਾਹੇ ਦੂਜੇ ਮੁੱਦੇ ਦੀ ਗੱਲ ਹੋਵੇ। ਨਹੀਂ, ਆਰਡੀਨੈਂਸ ਤੇ ਤਾਂ ਸਿੱਧੂ ਸਾਹਿਬ ਅਸੀਂ
ਨਾ ਇਹਨਾਂ ਨੂੰ ਅਪੋਜ਼ ਕੀਤਾ, ਨਾ ਇਹਨਾਂ ਦੇ ਫੇਵਰ 'ਚ ਖੜੇ ਹੋਏ ਆ। ਤੇ ਆਮ ਆਦਮੀ ਪਾਰਟੀ ਨੇ ਜਿੱਦਣ ਆਪੋਜੀਸ਼ਨ ਪਾਰਟੀ ਦੀ ਮੀਟ ਹੋਈ, ਉੱਥੇ ਮੀਟ ਦੇ ਵਿੱਚ ਤਾਂ ਆਏ, ਲੇਕਿਨ ਉਹ ਤੋਂ ਬਾਅਦ ਪ੍ਰੈਸ ਵਾਰਤਾ ਦੇ ਵਿੱਚ ਨਹੀਂ ਬੈਠੇ। ਤੇ ਉਹ ਤੋਂ ਬਾਅਦ ਲੀਡਰ ਇਹਨਾਂ ਦੇ ਕਹਿਣ ਲੱਗ ਗਏ ਵੀ ਕਾਂਗਰਸ ਪਾਰਟੀ ਆਪਦਾ ਸਟੈਂਡ ਸਪਸ਼ਟ ਕਰੇ। ਹੁਣ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ, ਤੁਸੀਂ ਇਹੀ ਚਾਹੁੰਦੇ ਹੋ ਕਿ ਸਾਰੇ ਆਪਦਾ ਸਾਰਾ ਕੁਝ ਛੱਡ ਛੜਾ ਕੇ ਸਾਡੀ ਲੜਾਈ ਨੂੰ ਆਪਦਾ ਬਣਾਉਣ, ਇਹੀ ਚਾਹੁੰਦੇ ਹੋ। ਤੇ ਤੁਸੀਂ ਕਦੇ ਇਹ ਚੀਜ਼ ਕੀਤੀ ਕਿਸੇ ਹੋਰ ਲਈ? ਜਦੋਂ ਆਰਟੀਕਲ 370 ਦੀ ਗੱਲ ਹੋਈ, ਆਮ ਆਦਮੀ ਪਾਰਟੀ ਨੇ ਬਿਲਕੁਲ ਨਹੀਂ ਸਟੈਂਡ ਲਿਆ ਜੰਮੂ ਕਸ਼ਮੀਰ ਦੇ ਨਾਲ। ਜਦੋਂ ਸਾਡੇ ਨਾਲ ਆਰਡੀਐਫ ਪੰਜਾਬ ਦੇ ਆਰਡੀਐਫ ਦਾ ਇਸ਼ੂ ਹੈ, ਸਾਡੇ ਆਰਡੀਐਫ ਦੇ ਜਿਹੜੇ ਫੰਡਸ ਆ ਉਹ ਰੁਕੇ ਹੋਏ ਹੈ, ਐਨਐਚਐਮ ਦੇ ਫੰਡ ਰੁਕੇ ਹੋਏ ਹੈ, ਬੀਬੀਐਮਬੀ ਤੇ ਧੱਕਾ ਹੋ ਰਿਹਾ, ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਨੇ ਕਦੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਤੇ ਚਰਚਾ ਕਰਕੇ ਕਦੇ ਮਤਾ ਪਾਸ ਕੀਤਾ? ਬਿਲਕੁਲ ਨਹੀਂ। ਬਸ ਲਾਸਟ ਪੁਆਇੰਟ ਅਸਿਤ ਸਾਹਿਬ ਇਹ ਮੁੱਦੇ ਤੇ ਜਦੋਂ ਆਮ ਆਦਮੀ ਪਾਰਟੀ ਸਾਡੀ ਲੜਾਈ ਨੂੰ ਆਪਦਾ ਨਹੀਂ ਬਣਾਉਣ ਨੂੰ ਤਿਆਰ, ਤੇ ਇਹ ਕਿਉਂ ਚਾਹੁੰਦੇ ਆ ਵੀ ਹੋਰ ਸੂਬੇ ਹੋਰ ਸਰਕਾਰਾਂ ਸਾਰਾ ਕੁਝ ਛੱਡ ਛੜਾ ਕੇ ਇਹਨਾਂ ਦੀ ਲੜਾਈ ਨੂੰ ਆਪਦਾ ਬਣਾਉਣ? ਮੰਨਵੇਂ ਕੰਮ ਨਹੀਂ ਚੱਲੂਗਾ। ਤਾੜੀ ਵੱਜਦੀ ਆ ਤਾਂ ਦੋ ਹੱਥਾਂ ਨਾਲ, ਇੱਕ ਹੱਥ ਦੇ ਨਾਲ ਨਾ ਵੱਜੀਏ ਤੇ ਨਾ ਵੱਜੂਗੀ। ਇੱਕ ਅਹਿਮ ਸਵਾਲ ਜਿਹੜਾ ਹੈਗਾ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਜੀ, ਉਹਨਾਂ ਦਾ ਅਦਾਲਤ ਵੱਲੋਂ, ਗੁਜਰਾਤ ਦੀ ਅਦਾਲਤ ਵੱਲੋਂ ਫੇਰ ਮੁੜ ਕੇ ਉਹਨਾਂ ਨੂੰ ਉਸ ਮਾਮਲੇ ਤੇ ਝਟਕਾ ਮਿਲਿਆ, ਉਸ ਇਸ਼ੂ ਦੇ ਉੱਤੇ ਜਿਸ ਤੇ ਗੁਜਰਾਤ 'ਚ ਉਹਨਾਂ ਦਾ ਮਾਮਲਾ ਚੱਲ ਰਿਹਾ ਸੀ, ਕੋਈ ਰਾਹਤ ਨਹੀਂ ਮਿਲੀ। ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੋਲੀਟੀਕਲੀ ਵੀ ਜਵਾਬ ਦੇਵਾਂਗੇ ਤੇ ਲੀਗਲੀ ਵੀ ਜਵਾਬ ਦੇਵਾਂਗੇ। ਜਿੱਥੋਂ ਤੱਕ ਲੀਗਲ ਰਿਕੋਰਸ ਦੀ ਗੱਲ ਹੈ, ਮੈਂ ਦੱਸਦਾ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਹੈ, ਅਪੀਲ ਦਾ ਸਾਡੇ ਕੋਲ ਰਸਤਾ ਹੈ, ਅਪੀਲ ਤੋਂ ਬਾਅਦ ਰਿਵਿਊ ਪਟੀਸ਼ਨ ਦਾ, ਫਿਰ ਕਿਊਰੇਟਿਵ ਪਟੀਸ਼ਨ ਦਾ, ਫਿਰ ਮਰਸੀ ਪਟੀਸ਼ਨ ਦਾ, ਫਿਰ ਰਿਵਿਊ ਆਫ ਮਰਸੀ ਪਟੀਸ਼ਨ ਦਾ। ਸੋ ਹਜੇ ਜੇ ਭਾਰਤੀ ਜਨਤਾ ਪਾਰਟੀ ਗੱਲਾਂ ਕਰ ਰਹੀ ਹੈ, ਇਹਨਾਂ ਨੂੰ ਆਪਦੀ ਨੌਲੇਜ ਦਰੁਸਤ ਕਰ ਲੈਣੀ ਚਾਹੀਦੀ ਹੈ ਕਿ ਦਰਵਾਜ਼ੇ ਬਹੁਤ ਖੁੱਲ੍ਹੇ ਆ ਹਜੇ। ਤੇ ਦੂਜੀ ਗੱਲ ਕਿ ਕਾਨੂੰਨ ਸਿਰਫ ਆਪੋਜੀਸ਼ਨ ਲਈ ਹੈ। ਇਹਨਾਂ ਦੇ ਲੀਡਰ ਸਾਡੇ ਲੀਡਰਾਂ ਨੂੰ ਸਦਾਮ ਕਹਿ ਦਿੰਦੇ ਹੈ, ਪੱਪੂ ਕਹਿ ਦਿੰਦੇ ਹੈ, ਡਾਇਨ ਕਹਿ ਦਿੰਦੇ ਹੈ, ਰੇਨਕੋਟ ਪਹਿਨ ਕੇ ਨਹਾਣਾ ਕੈਸੇ ਹੈ, ਇਹ ਜਿਹੀਆਂ ਗੱਲਾਂ ਕਰ ਦਿੰਦੇ ਹੈ। ਤੇ ਕੀ ਕਿਸੇ ਬੀਜੇਪੀ ਦੇ ਲੀਡਰ ਦੇ ਖਿਲਾਫ ਕੋਈ ਪਰਚਾ ਹੋਇਆ, ਕੋਈ ਡੈਫਾਮੇਸ਼ਨ ਦਾ ਕੇਸ ਹੋਇਆ, ਕੋਈ ਦਰਖਾਸਤ ਵੀ ਆਈ, ਕਿਸੇ ਨੇ ਕੁਝ ਵੀ ਕੀਤਾ? ਬਿਲਕੁਲ ਨਹੀਂ। ਸੋ ਕੀ ਕਾਨੂੰਨ ਸਿਰਫ ਆਪੋਜੀਸ਼ਨ ਪਾਰਟੀਜ਼ ਲਈ ਹੈ? ਦੂਜੀ ਗੱਲ ਸਿੱਧੂ ਸਾਹਿਬ ਇਹ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਤਿਆਰੀ ਕਰ ਲੇ 2024 ਹਾਰਨ ਦੀ। ਕਰਨਾਟਕਾ ਹਿਮਾਚਲ ਹਾਰ ਚੁੱਕੇ ਹੈ, ਆਮ ਆਦਮੀ ਪਾਰਟੀ ਵੀ ਕਰਨਾਟਕਾ ਹਿਮਾਚਲ ਹਾਰ ਚੁੱਕੀ ਹੈ। ਸੋ ਦੋਵੇਂ 2024 ਦੇ ਵਿੱਚ ਆਪਦੀ ਹਾਰ ਦੀ ਤਿਆਰੀ ਕਰ ਲੈਣ। ਇਹ ਦੋਵਾਂ ਨੇ ਨਾ ਇੱਕ ਚੀਜ਼ ਕੀਤੀ ਹੈ, ਝੂਠ ਦੇ ਬੇਸਿਸ ਤੇ ਇੱਕ ਪੱਤਿਆਂ ਦਾ ਘਰ ਖੜਾ ਕੀਤਾ। ਖੜਿਆਲ ਸਾਹਿਬ, ਅਸੀਂ ਚਾਹੁੰਦੇ ਹਾਂ ਤੁਹਾਡੇ ਸੁਪਨੇ ਸਾਕਾਰ ਹੋਣ, ਪਰ ਭਾਜਪਾ ਬਾਰ-ਬਾਰ ਆਖਦੀ ਹੈ ਕਿ ਤਾਂ ਜੀ ਹਾਰੇ ਵੇ ਜਿਹੜੇ ਆਗੂ ਆ ਉਹ ਇਕੱਠੇ ਹੋ ਰਹੇ ਆ, ਇਹਨਾਂ ਦੇ ਹੱਲੇ ਪੱਲੇ ਕੁਝ ਨਹੀਂ ਹੈ। ਦੇਖੋ, ਭਾਜਪਾ ਦੇ ਕਹਿਣ ਨਾਲ ਜੇ ਕੁਝ ਹੁੰਦਾ ਤੇ ਬੜਾ ਚੰਗਾ ਲੱਗਦਾ। 15 ਲੱਖ ਵੀ ਮਿਲ ਜਾਂਦਾ, 2 ਕਰੋੜ ਜੌਬਸ ਵੀ 1 ਸਾਲ ਦੀਆਂ ਮਿਲ ਜਾਂਦੀਆਂ, ਫਾਰਮਰਸ ਇਨਕਮ ਵੀ ਡਬਲ ਹੋ ਜਾਂਦੀ, ਡੀਜ਼ਲ ਪੈਟਰੋਲ ਦਹੀਂ ਦੁੱਧ ਪਨੀਰ ਦੇ ਰੇਟ ਵੀ ਘਟ ਜਾਂਦੇ। ਲੇਕਿਨ ਉਹਨਾਂ ਦੇ ਕਹਿਣ ਨਾਲ ਹੁੰਦਾ ਨਹੀਂ ਹੈ, ਕਰਨ ਨਾਲ ਹੁੰਦਾ। ਤੇ ਹੋ ਤਾਂ ਇਹ ਰਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਐਮਸੀਡੀ ਵੀ ਹਾਰ ਗਈ ਹੈ, ਸ਼ਿਮਲਾ ਕਾਰਪੋਰੇਸ਼ਨ ਵੀ ਹਾਰ ਗਈ ਹੈ, ਜਲੰਧਰ ਵੀ ਹਾਰ ਗਈ, ਸੰਗਰੂਰ ਵੀ ਹਾਰ ਗਈ, ਕਰਨਾਟਕਾ ਵੀ ਹਾਰ ਗਈ, ਹੋਰ ਵੀ ਸੂਬੇ ਹਾਰੂਗੀ। ਸੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਤਿਆਂ ਦਾ ਘਰ ਹੈ, ਉਹ ਇੱਕ ਪੱਤਾ ਡਿੱਗਣ ਨਾਲ ਸਾਰਾ ਘਰ ਢਹਿ ਜਾਂਦਾ ਹੁੰਦਾ। ਇੱਥੇ ਤਾਂ ਬਹੁਤ ਸਾਰੇ ਪੱਤੇ ਆਲਰੇਡੀ ਡਿੱਗ ਚੁੱਕੇ ਆ, ਤੇ ਆਮ ਆਦਮੀ ਪਾਰਟੀ ਦੇ ਵੀ। ਆਖਰੀ ਸਵਾਲ ਇੱਕ ਆਪਾਂ ਪੰਜਾਬ ਦੇ ਪੱਤੇ ਦੇ ਉੱਤੇ, ਕਿਉਂਕਿ ਭਾਜਪਾ ਦੀ ਆਪਾਂ ਗੱਲ ਕੀਤੀ, ਇੱਦਾਂ ਹੀ ਆਪ ਵਾਲੇ ਲਗਾਤਾਰ ਇਹ ਕਹਿੰਦੇ ਹੈ ਕਿ ਜਿਹੜੀ ਕਾਂਗਰਸ ਹੈਗੀ ਹੈ ਉਹ ਫੁੱਟ ਵਾਲਾ ਘਰ ਹੈ, ਆਪਸ ਵਿੱਚ ਕੋਈ ਸਹਿਮਤੀ ਨਹੀਂ, ਇੱਕ ਨੇਤਾ ਦਾ ਇੱਕ ਪਾਸੇ ਮੂੰਹ ਆ, ਦੂਜੇ ਦਾ ਦੂਜੇ ਪਾਸੇ ਮੂੰਹ ਹੈ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਗੱਲ ਕਰ ਲਈਏ, ਚਾਹੇ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਆ ਰਹੀਆਂ, ਉਹਦੇ 'ਚ ਕਾਂਗਰਸ ਇਕਮੁੱਠ ਹੋ ਕੇ ਮੈਦਾਨ 'ਚ ਨਿਤਰੇਗੀ? ਕਿਉਂਕਿ ਬੀਇੰਗ ਏ ਮੁੱਖ ਸਪੋਕਸ ਪਰਸਨ, ਮੁੱਖ ਬੁਲਾਰੇ ਦੇ ਤੌਰ 'ਤੇ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਆ ਇਸ ਮੌਕੇ 'ਤੇ ਸਾਡੇ ਦਰਸ਼ਕਾਂ ਨੂੰ? ਕਾਂਗਰਸ ਪਾਰਟੀ 100% ਇਕੱਠੀ ਯੂਨਾਈਟਿਡ ਹੈ ਤੇ ਯੂਨਾਈਟਿਡ ਹੋ ਕੇ ਲੜਾਂਗੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਧੱਕੇਸ਼ਾਹੀ ਦੇ ਖਿਲਾਫ। ਤੇ ਮੈਂ ਬੀਜੇਪੀ ਨੂੰ ਇੱਕ ਗੱਲ ਦਾ ਧੰਨਵਾਦ ਕਰਦਾ, ਇਹਨਾਂ ਦੇ ਡੰਡਾ ਤੰਤਰ ਕਰਕੇ, ਭੈ ਤੰਤਰ ਕਰਕੇ ਇਹਨਾਂ ਨੇ ਸਾਰਾ ਦੇਸ਼ ਆਪਦੇ ਖਿਲਾਫ ਯੂਨਾਈਟ ਕਰ ਲਿਆ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਪੰਜਾਬ ਆਪਦੇ ਖਿਲਾਫ ਯੂਨਾਈਟ ਕਰ ਲਿਆ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਇੰਨਾ ਕੀ ਸੁਨੇਹਾ ਹੈ ਕਿ ਤੁਸੀਂ ਜਿਹੜੇ ਝੂਠ, ਜਿਹੜੇ ਤੁਸੀਂ ਫਾਲਸ ਪ੍ਰੋਮਿਸਿਸ ਕਰਕੇ ਸਰਕਾਰ ਬਣਾਈ ਹੈ, 15 ਮਹੀਨਿਆਂ ਦੇ ਵਿੱਚ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ, ਤੇ ਲੋਕਾਂ ਨੇ ਦੇਖ ਲਿਆ ਵੀ ਜਿਹੜੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀਗੇ, ਚਾਹੇ ਉਹ ਹੋਵੇ ਮਹਿਲਾਵਾਂ ਨੂੰ 1000 ਦੇਣ ਦਾ, ਚਾਹੇ ਹੋਵੇ ਬੇਅਦਬੀ ਮਾਮਲੇ 'ਚ ਇਨਸਾਫ ਕਰਨ ਦਾ, ਨਸ਼ੇ ਦੇ ਮੁੱਦੇ ਤੇ, ਐਜੂਕੇਸ਼ਨ ਦੇ ਮੁੱਦੇ ਤੇ। ਇਹ ਉਹ ਸਰਕਾਰ ਹੈ ਜਿਹਨੇ ਐਜੂਕੇਸ਼ਨ ਦੇ ਜਦੋਂ ਰਿਪੋਰਟ ਆਈ
ਪੰਜਾਬ ਦੇ ਸਕੂਲਾਂ ਦਾ ਰੈਂਕ ਜਿਹਨੇ 1 ਦਿਖਾਇਆ ਉਹ ਰਿਪੋਰਟ ਨੂੰ ਹੀ ਖਾਰਜ ਕਰਤਾ। ਐਸੀ ਕਦੇ ਸਰਕਾਰ ਤੁਸੀਂ ਦੇਖੀ ਨਹੀਂ ਹੋਣੀ। ਤੇ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹਦੇ ਕਰਕੇ ਸਾਡੇ 700 ਕਿਸਾਨ ਸ਼ਹੀਦ ਹੋਏ ਸੀਗੇ, ਸਾਡੇ 4 ਕਿਸਾਨ ਲਖੀਮਪੁਰ ਖੀਰੀ ਦੇ ਵਿੱਚ ਕੁਚਲ ਕੇ ਮਾਰੇ ਗਏ ਸੀਗੇ, ਤੇ ਜਦੋਂ 6 ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਤੋਰਿਆ, ਇਹਨਾਂ ਨੇ ਉਹ 6 ਵਾਅਦੇ ਡਿਲੀਵਰ ਕਰਨੇ ਤਾਂ ਦੂਰ ਦੀ ਗੱਲ, ਉਹ ਤੋਂ ਬਾਅਦ 6 ਮਿੰਟ ਸਾਡੇ ਨਾਲ ਗੱਲ ਨਹੀਂ ਕੀਤੀ। ਸੋ ਦੋਵਾਂ ਨੂੰ ਜਵਾਬ ਮਿਲੂਗਾ 2024 ਇਸ ਮੁਲਾਕਾਤ ਦਾ। ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਦੇਖ ਰਹੇ ਹੈ, ਸੁਣ ਰਹੇ ਹੈ, ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਾਂਗਰਸ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੇਗੀ ਤਾਂ ਕਿਹੋ ਜਿਹੇ ਸਹਿਯੋਗ ਦੀ ਮੰਗ ਕਰਦੇ ਹੋ? ਬਿਲਕੁਲ ਸਿੱਧੂ ਸਾਹਿਬ, ਮੇਰੀ ਹਰੇਕ ਨੂੰ ਬੇਨਤੀ ਹੈ ਕਿ ਸਾਡਾ ਲੋਕਤੰਤਰ ਹੈ, ਸਾਡੇ ਹੱਕਾਂ ਦਾ ਅਹਿਸਾਸ ਸਭ ਨੂੰ ਹੋਣਾ ਚਾਹੀਦਾ, ਸਾਡੇ ਰਾਈਟਸ ਦਾ, ਫਰੀडम ऑफ स्पीच एंड एक्सप्रैशन, इक्वालिटी, राइट टू लाइफ एंड पर्सनल लिबर्टी। सो आपदी एक्सरसाइज करया करो, राइट, डरिया ना करो। ये आप ते बीजेपी जे तानाशाह तरीके नाल कुछ करन दी कोशिश करदे है, कांग्रेस पार्टी थोड़े नाल खड़ी है ते खड़ी रहूगी, जो मर्जी हो जाए। ते दूजी गल, आम आदमी पार्टी नूं जवाब करारा 2024 ਦੇ ਇਲੈਕਸ਼ਨ ਦੇ ਵਿੱਚ ਦਵਾਂਗੇ ਪੰਜਾਬ 'ਚ, ਤੇ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦਵਾਂਗੇ ਪੂਰੇ ਦੇਸ਼ ਦੇ ਸੈਂਟਰਲ ਇਲੈਕਸ਼ਨ ਦੇ ਵਿੱਚ। ਮੈਂ ਇੱਕ ਹੋਰ ਗੱਲ ਦੱਸਾਂ ਸਿੱਧੂ ਸਾਹਿਬ, ਮੋਦੀ ਸਾਹਿਬ ਜਿੰਨੀਆਂ ਕੁ ਪ੍ਰੈਸ ਕਾਨਫਰੰਸਾਂ ਕਰਦੇ ਆ ਇਨ ਟੋਟੈਲਿਟੀ, ਉਨੀਆਂ ਕੁ ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ 2024 ਇਲੈਕਸ਼ਨ ਦੇ ਵਿੱਚ ਆਉਣਗੀਆਂ ਪੰਜਾਬ ਦੇ ਵਿੱਚ। ਤੇ ਦੂਜਾ 13 ਚੋਂ 0 ਜਿੱਤੂ ਭਾਰਤੀ ਜਨਤਾ ਪਾਰਟੀ, ਤੇ ਦੂਜਾ ਆਮ ਆਦਮੀ ਪਾਰਟੀ ਦੇ ਨਾਲ ਜੋ ਹਿਮਾਚਲ ਦੇ ਵਿੱਚ ਹੋਇਆ, ਹਿਮਾਚਲ 'ਚ ਆਮ ਆਦਮੀ ਪਾਰਟੀ ਦੀ 0 ਸੀਟਾਂ ਹੈ, ਉਹੀ ਰਿਜ਼ਲਟ ਇਹਨਾਂ ਨੂੰ ਪੰਜਾਬ ਦੇ 2024 ਦੇ ਲੋਕ ਸਭਾ ਇਲੈਕਸ਼ਨ ਦਾ ਮਿਲੂਗਾ, 0 ਸੀਟਾਂ, ਤੇ ਕਾਂਗਰਸ ਪਾਰਟੀ 13 ਚੋਂ 13 ਜਿੱਤ ਕੇ ਜਾਊਗੀ। ਖੜਿਆਲ ਜੀ, ਤੁਹਾਡੀਆਂ ਸ਼ੁਭਕਾਮਨਾਵਾਂ। ਸਾਨੂੰ ਉਮੀਦ ਹੈ ਕਿ ਤੁਹਾਡੇ ਸੁਪਨੇ ਸਾਕਾਰ ਹੋਣਗੇ। ਅਸੀਂ ਆਪਣੇ ਦਰਸ਼ਕਾਂ ਦੇ ਲਈ ਤੁਹਾਡੇ ਕੋਲੋਂ ਜ਼ਰੂਰ ਸੁਨੇਹਾ ਚਾਹਾਂਗੇ ਕਿ ਜਦੋਂ ਤੁਹਾਡੀ ਆਸ਼ਾ ਮੁਤਾਬਕ ਨਤੀਜੇ ਆਉਣਗੇ ਫਿਰ ਇਸੇ ਟੇਬਲ ਤੇ ਬੈਠ ਕੇ ਮੁਲਾਕਾਤ ਹੋਏਗੀ। ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ। ਮਿਹਰਬਾਨੀ। ਇਹ ਸਨ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖੜਿਆਲ। ਪੰਜਾਬ ਬਾਰੇ ਵੱਡੇ ਦਾਅਵੇ, ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਸੁਪਨੇ ਹੋਣਗੇ ਸਾਕਾਰ। ਇਸ ਮੁੱਦੇ ਤੇ ਆਉਣ ਲਈ ਜਿੱਥੇ ਮੈਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦਾ ਧੰਨਵਾਦੀ ਹਾਂ। ਇੰਝ ਹੀ ਆਪਾਂ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।